कुछ दिन पहले एक डिलीवरी हुई पठानकोट के हॉस्पिटल ਦੇ ਵਿੱਚ ਫਰਸ਼ ਦੇ ਉੱਤੇ ਬਾਹਰ ਹੀ ਹੋ ਗਈ। ਉਸ ਦੇ ਮੁੱਦੇ ਉੱਤੇ ਅਸੀਂ ਇਹ ਕਹੀਏ ਕਿ ਰਿਸਪੌਂਸੀਬਲ ਕੋਈ ਐਕਸ਼ਨ ਨਹੀਂ ਹੋਇਆ। सरकार इंफ्रास्ट्रक्चर देगी, इक्विपमेंट दे देगी, मशीनां लगा देगी, बट अल्टीमेटली जिहड़ा ह्यूमन टच है, जो इंसानियत दियां कदरां ने, वो किसी ना किसी वक्त जिहड़े इस सिस्टम नूं चलाउण वाले स्टाफ ने उन्हां सारिਆਂ ਨੂੰ एक अपना एटीट्यूड भी ऑन ह्यूमैनिटेरियन ग्राउंड जिहड़ा करना पऊगा। अज सिविल हॉस्पिटल पठानकोट गया, उत्थे बहुत पुरानी एक मंग सीगी भी लैब और CT ਸਕੈਨ ਦੀ ਫੈਸਿਲਿਟੀ नहीं सी। अज पंजाब हैल्थ सिस्टम कॉरपोरेशन वालों उत्ते ਸਕੈਨਿੰਗ मशीन इंस्टॉल करती गई है। ਕੱਲ ਮੈਂ ਜਿਹੜੀ ਤੁਹਾਡੇ ਸਿਵਲ ਸਰਜਨ ਹੈ ਪਠਾਨਕੋਟ ਦੀ ਉਹਨਾਂ ਦੀ ਬਾਈਟ ਸੁਣ ਰਿਹਾ ਸੀ। ਉਹ ਕਹਿ ਰਹੇ ਸੀ ਕਿ ਇੰਨਾ ਪ੍ਰੈਸ਼ਰ ਹੁੰਦਾ ਹੈ ਕੰਮ ਦਾ, ਇੰਨਾ ਪ੍ਰੈਸ਼ਰ ਹੁੰਦਾ ਹੈ, ਬਾਕੀ ਕੰਮ ਵੀ ਕਰਦੇ ਆ, ਕੀ ਹੋਇਆ ਜੇ ਇੱਕ ਅੱਧਾ ਬੰਦਾ ਇਸ ਤਰ੍ਹਾਂ ਦਾ ਕੇਸ ਹੋ ਗਿਆ। ਦਿਸ ਇਜ਼ ਨਾਟ ਇਹ ਥੋੜ੍ਹੀ ਹੈ ਕਿ ਮੈਂ ਤਾਂ ਬੜੀ ਕੋਸ਼ਿਸ਼ ਕਰ ਰਿਹਾ ਸੀ, ਸਾਡੇ ਬੰਦੇ ਤਾਂ ਕੋਸ਼ਿਸ਼ ਕਰਦੇ ਰਹਿੰਦੇ ਆ, ਪਰ ਚਲੋ ਕੀ ਹੋ ਗਿਆ ਇੱਕ ਅੱਧਾ ਕੇਸ ਇਸ ਤਰ੍ਹਾਂ ਦਾ ਹੋ ਗਿਆ। ਇਹ ਰਿਸਪੌਂਸੀਬਲ ਜਵਾਬ ਨਹੀਂ ਹੈ ਉਹਨਾਂ ਦੇ ਬਿਹਾਫ ਦੇ ਉੱਤੇ। क्वेश्चन ये है कि whosoever is found guilty, he or she will be dealt as per the law। ये तो बिल्कुल यो ही है, और पंजाब सरकार का मंशा भी यही है, और खासकर ਜਿਹੜੇ ਸਾਡੇ ਹੈਲਥ ਮਿਨਿਸਟਰ ਨੇ ਬਹੁਤ ਸੈਂਸਿਟਿਵ ਨੇ ਟੂ ਦੀ ਸਿਚੁਏਸ਼ਨ। ਇੱਥੇ ਵੀ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ, ਜਿਹੜੇ ਕਿ ਤੁਸੀਂ 100 ਦੇ ਲਗਭਗ ਕਲੀਨਿਕ ਖੋਲ੍ਹੇ ਵੀ ਹੈ, ਬਟ ਉੱਥੇ ਹੀ ਇਹ ਕੰਟਰਾਡਿਕਸ਼ਨ ਵੀ ਆ ਰਹੀ ਹੈ ਕਿ ਇਹਨਾਂ ਨੇ ਇਨਫਰਾਸਟ੍ਰਕਚਰ ਦੇ ਉਨੇ ਪੈਸੇ ਨਹੀਂ ਲਾਏ ਜਿੰਨੇ ਕਿ ਉਹਦੇ ਪ੍ਰਚਾਰ ਤੇ ਲਗਾਤੇ ਆ। ਤੁਸੀਂ ਮੇਰੇ ਨਾਲ ਚੱਲੋ, ਤੁਸੀਂ ਜਾ ਕੇ ਦੇਖੋਗੇ ਕਿ ਉਹਦੇ 44 ਤਰ੍ਹਾਂ ਦੇ ਟੈਸਟ ਫ੍ਰੀ ਨੇ, 75 ਤਰ੍ਹਾਂ ਦੀਆਂ ਮੈਡੀਸਨਸ ਉੱਥੇ ਉਪਲਬਧ ਨੇ। ਜਿਹੜਾ ਉਹਦੇ ਡਾਕਟਰ ਆ ਉਹ ਟੈਬ ਦੇ ਉੱਪਰ ਮੈਡੀਸਨ ਲਿਖਦਾ, ਔਰ ਉਹਦੇ ਬਕਾਇਦਾ ਵਾਈਫਾਈ ਦੇ ਨਾਲ ਕਨੈਕਟਡ ਆ। ਉਹਦੇ 'ਚ ਬਕਾਇਦਾ ਹੈਲਥ ਕਮਿਊਨਿਟੀ ਆਫਿਸਰਸ ਉੱਥੇ ਨੇ, ਗਾਇਨੀ ਵਾਸਤੇ, ਬੱਚਿਆਂ ਵਾਸਤੇ ਸਾਰਾ ਸਟਾਫ ਉੱਥੇ ਉਪਲਬਧ ਆ। ਔਰ ਤੁਸੀਂ ਮੇਰੇ ਨਾਲ ਜਾ ਕੇ ਦੇਖੋ, ਪੋਪਰ ਸੈਦਾ 'ਚ ਮਰੀਜ਼ਾਂ ਦੀ ਲਾਈਨ ਨਹੀਂ ਟੁੱਟ ਰਹੀ। ਆਮ ਆਦਮੀ ਕਲੀਨਿਕ ਦੀ ਜਿਹੜਾ ਐਕਟੀਵਿਟੀ ਹੈ, ਜਿਹੜਾ ਉਹਦਾ ਕੰਮ ਹੈ, ਉੱਥੇ ਦੇ ਮੈਡੀਸਨ ਹੈ, ਇਨਫਰਾਸਟ੍ਰਕਚਰ ਹੈ, ਜਾ ਕੇ ਦੇਖੋ, ਉਹ ਖੁਦ ਬੋਲਦਾ। ਇਹ ਤਾਂ ਐਵੇਂ ਵਿਰੋਧੀ ਕਿਸੇ ਵਕਤ ਅਪੋਜ਼ ਕਰਨ ਵਾਸਤੇ ਇਹੋ ਜਿਹੀਆਂ ਗੱਲਾਂ ਕਰਦੇ ਨੇ। ਬਦਲਾਵ ਆਇਆ ਪੰਜਾਬ 'ਚ, ਔਰ ਅੱਜ ਉਸ ਬਦਲਾਵ ਦਾ ਹਿੱਸਾ ਹਰ ਇਨਸਾਨ ਨੂੰ ਬਣਨਾ ਚਾਹੀਦਾ। ਔਰ ਇਹ ਬੜੇ ਸਾਲਾਂ ਬਾਅਦ ਇੱਕ ਇਹੋ ਜਿਹਾ ਇਨਕਲਾਬੀ ਬਦਲਾਵ ਹੈ। ਜੇ ਅੱਜ ਵੀ ਲੋਕ ਇਸ ਬਦਲਾਵ ਦਾ ਫਾਇਦਾ ਨਹੀਂ ਲੈਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਫਿਰ ਉਹ ਚੀਜ਼ਾਂ ਮਿਲਣੀਆਂ ਨਹੀਂ। ਤੁਹਾਡੀ ਸਰਕਾਰ ਨੇ ਜਦੋਂ ਆਉਣਾ ਸੀ ਤੇ ਵਾਅਦਾ ਕੀਤਾ ਸੀ ਕਿ ਰੇਤ ਜਿਹੜੀ ਹੈ ਉਹ ਕੰਟਰੋਲ ਰੇਟ ਤੇ ਮਿਲੇਗੀ। ਰੇਤ ਕੰਟਰੋਲ ਰੇਟ ਤਾਂ ਛੱਡੋ, ਮਿਲਣੀ ਹੀ ਬੰਦ ਹੋ ਗਈ। ਜਿਹੜੀ ਟਰਾਲੀ 3000 ਦੀ ਸੀ ਉਹ 9-9 10-10 ਹਜ਼ਾਰ ਦੀ, ਉਹ ਵੀ ਅਵੇਲੇਬਲ ਨਹੀਂ ਹੈ। ਗੌਰਮੈਂਟ ਇਜ਼ ਵਰਕਿੰਗ, ਔਰ ਥੋੜ੍ਹੇ ਦਿਨਾਂ 'ਚ ਤੁਸੀਂ ਦੇਖੋਗੇ ਮਾਈਨਿੰਗ ਪਾਲਿਸੀ ਆ ਰਹੀ ਆ, ਔਰ ਉਸ ਮਾਈਨਿੰਗ ਪਾਲਿਸੀ ਦੇ ਉੱਪਰ ਇਹ ਬਿਲਕੁਲ ਰੇਟ ਜਿਹੜੇ ਨੇ ਇਹ ਕੰਟਰੋਲ ਹੋ ਜਾਣਗੇ। ਸਿਰਫ ਪਾਲਿਸੀ ਤੁਹਾਡੀ ਆਈ, ਉਹ ਸਰਕਾਰ ਨੇ ਸਟੇ ਹੋ ਗਈ ਨਹੀਂ, ਉਹਦੇ ਉਸ ਤੱਦੇ ਮੈਂ ਕਹਿਣਾ ਵੀ ਕੋਰਟ ਦਾ ਇੰਟਰਫੇਰੈਂਸ ਆ ਗਈ, ਇਸ ਕਰਕੇ ਸਾਰੀ ਪ੍ਰੋਬਲਮਸ ਆ ਰਹੀ ਹੈ। ਪਰ ਗੌਰਮੈਂਟ ਇਜ਼ ਵਰਕਿੰਗ ਔਨ ਦੇਟ, ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਪਾਲਿਸੀ ਸਾਹਮਣੇ ਆਊਗੀ, ਜਿਹਦੇ ਨਾਲ ਜਿੰਨੀ ਰੇਤ ਬਜਰੀ ਦੇ ਰੇਟਸ ਨੇ ਬਿਲਕੁਲ ਕੰਟਰੋਲ ਕੀਤੇ ਜਾਣਗੇ। ਆਉਣ ਵਾਲੇ ਸਮੇਂ ਦੇ ਵਿੱਚ ਆਹ ਜਿਹੜੇ ਦੋ ਮਸਲੇ ਨੇ ਤੁਹਾਡੇ, ਇੱਕ ਮਾਈਨਿੰਗ ਵਾਲਾ ਔਰ ਦੂਸਰਾ ਕੋਲੋਨਾਈਜ਼ ਦਾ, ਇਹ ਬਿਲਕੁਲ ਵਧੀਆ ਤਰੀਕੇ ਨਾਲ ਹੱਲ ਹੋਣਗੇ। ਔਰ ਪੀਪਲ ਫਰੈਂਡਲੀ ਜਿਹੜੀ ਪਾਲਿਸੀ ਆ ਉਹ ਆਊਗੀ, ਜਿਹਦੇ ਨਾਲ ਲੋਕ ਖੁੱਲ੍ਹ ਕੇ ਰੀਅਲ ਸਟੇਟ ਦਾ ਕੰਮ ਕਰ ਸਕਣਗੇ, ਔਰ ਉਹਦੇ 'ਚ ਨੈਚੁਰਲੀ ਰੈਵਨਿਊ ਵੀ ਜਨਰੇਟ ਹੋਏਗਾ। ਜਿਹੜਾ ਰੈਵਨਿਊ ਅੱਗੇ ਪੋਲੀਟੀਕਲ ਬੰਦਿਆਂ ਦੀ ਜੇਬਾਂ 'ਚ ਜਾਂਦਾ ਸੀਗਾ, ਉਹ ਹੁਣ ਰੈਵਨਿਊ ਸਰਕਾਰ ਦੇ ਕੋਲ ਆਊਗਾ, ਲੋਕਾਂ ਦੇ ਡਿਵੈਲਪਮੈਂਟ ਉੱਤੇ ਖਰਚਿਆ ਜਾਊਗਾ। ਮੈਂ ਸਾਰੇ AMI ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਅੱਜ ਸਾਡੇ ਨਾਲ ਮੌਜੂਦ ਹੈ ਸ਼੍ਰੀ ਰਮਨ ਬਹਿਲ, ਜੋ ਕਿ ਪੰਜਾਬ ਹੈਲਥ ਕਾਰਪੋਰੇਸ਼ਨ ਸਿਸਟਮਸ ਦੇ ਚੇਅਰਮੈਨ ਹੈ। ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਕਿ ਕੀ ਉਹਨਾਂ ਦੇ ਪਲਾਨਸ ਹੈ, ਕਿਉਂਕਿ ਉਹ ਨਵੇਂ ਚੇਅਰਮੈਨ ਬਣੇ ਹੈ। ਪਹਿਲੇ ਤਾਂ ਮੈਂ ਉਹਨਾਂ ਨੂੰ ਮੁਬਾਰਕਬਾਦ ਦਿਆਂਗਾ, ਉਸ ਤੋਂ ਬਾਅਦ ਉਹਨਾਂ ਤੋਂ ਜਾਣਾਂਗੇ ਕਿ ਕੀ ਪਲਾਨਸ ਹੈ ਉਹਨਾਂ ਦੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ। ਕਿਉਂਕਿ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਆਈ ਸੀ ਅਤੇ ਉਹਨਾਂ ਨੇ ਜਿਹੜਾ ਇਹ ਇਲੈਕਸ਼ਨ ਲੜਿਆ, ਉਹ ਇਲੈਕਸ਼ਨ ਲੜਿਆ ਹੀ 3 ਮੁੱਦਿਆਂ ਦੇ ਉੱਤੇ ਸੀ: ਐਜੂਕੇਸ਼ਨ, ਹੈਲਥ ਅਤੇ ਨੌਕਰੀਆਂ, ਜਾਂ ਜਿਹਨੂੰ ਐਮਪਲਾਇਮੈਂਟ ਕਹਿੰਦੇ ਆ ਉਹਨਾਂ 'ਤੇ, ਜਾਂ ਬਿਜਲੀ ਦੇ ਬਿੱਲ, ਬਿਜਲੀ ਦੇ ਉੱਤੇ। ਅਤੇ ਅੱਜ ਅਸੀਂ ਬਾਈ ਚਾਂਸ ਸਾਡੇ ਨਾਲ ਰਮਨ ਬਹਿਲ ਜੀ ਨਾਲ ਹੈ,
ਜਿਹੜੇ ਕਿ ਚੇਅਰਮੈਨ ਹੈ ਹੈਲਥ ਕਾਰਪੋਰੇਸ਼ਨਸ ਦੇ, ਤੇ ਇੱਕ ਬੜਾ ਵੱਡਾ ਅਦਾਰਾ ਹੈ, ਬੜਾ ਵੱਡਾ ਮੁੱਦਾ ਹੈ ਹੈਲਥ ਜਿਹੜਾ ਹੈ, ਆਪਣੇ ਪੰਜਾਬ ਦੇ ਲੋਕਾਂ ਦੇ ਵਾਸਤੇ, ਤੇ ਬੜੇ ਬੜੇ ਵਾਅਦੇ ਕੀਤੇ ਆ ਸਰਕਾਰ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਪੰਜਾਬ ਸਰਕਾਰ ਕੀ ਅੱਗੇ ਕਰਨ ਜਾ ਰਹੀ ਹੈ ਤੇ ਕੀ ਉਹਨਾਂ ਦੇ ਪਲਾਨਸ ਹੈ। ਰਮਨ ਜੀ, ਬਹੁਤ ਬਹੁਤ ਮੁਬਾਰਕ ਹੋ ਤੁਹਾਡਾ ਸਾਡੇ AMI ਨਿਊਜ਼ ਦੇ ਵਿੱਚ। ਸਭ ਤੋਂ ਪਹਿਲਾਂ ਮੈਂ AMI ਨਿਊਜ਼ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਰਮਨ ਜੀ, ਅੱਜ ਤੁਸੀਂ ਪਠਾਨਕੋਟ ਆਏ ਹੋ ਤੇ ਬਾਈ ਚਾਂਸ ਪਠਾਨਕੋਟ ਦੇ ਵਿੱਚ ਇੱਕ ਬੜਾ ਮੁੱਦਾ ਗਰਮਾਇਆ ਹੋਇਆ ਹੈ, ਜਿਹੜਾ ਕੀ ਹੈ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਕੁਝ ਦਿਨ ਪਹਿਲੇ ਇੱਕ ਡਿਲੀਵਰੀ ਹੋਈ ਪਠਾਨਕੋਟ ਦੇ ਹਸਪੀਟਲ ਦੇ ਵਿੱਚ, ਫਰਸ਼ ਦੇ ਉੱਤੇ ਬਾਹਰ ਹੀ ਹੋ ਗਈ। ਉਸ ਦੇ ਮੁੱਦੇ ਉੱਤੇ ਜਿਸ ਤਰ੍ਹਾਂ ਹੁਣ ਅਸੀਂ ਜਿਹੜਾ ਸਾਡੇ ਪੰਜਾਬ ਦੇ ਹੈਲਥ ਮਿਨਿਸਟਰ ਹੈ ਚੰਦੂ ਜੋੜਾ ਮਾਜਰਾ ਜੀ, ਉਹ ਕਹਿ ਰਹੇ ਆ ਕਿ ਅਸੀਂ ਅਚਾਨਕ ਜਾ ਕੇ ਹਸਪੀਟਲ ਦੇ ਵਿੱਚ ਚੈਕਿੰਗਸ ਕਰ ਰਹੇ ਹਾਂ, ਅਸੀਂ ਹੈਲਥ ਸਿਸਟਮ ਨੂੰ ਸੁਧਾਰਨਾ ਚਾਹੁੰਦੇ ਹਾਂ, ਲੋਕਾਂ ਦੇ ਵਿੱਚ ਜਿਹੜੀਆਂ ਪਿਛਲੀਆਂ ਪ੍ਰੋਬਲਮਸ ਹੈ ਉਹਨਾਂ ਨੂੰ ਸੌਰਟ ਆਊਟ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਆ। ਬਟ ਬੜੇ ਹੈਰਾਨੀ ਦੀ ਗੱਲ ਹੈ ਕਿ ਇਸ ਮੁੱਦੇ ਦੇ ਉੱਤੇ ਕੋਈ, ਅਸੀਂ ਇਹ ਕਹੀਏ ਕਿ ਰਿਸਪੌਂਸੀਬਲ ਕੋਈ ਐਕਸ਼ਨ ਨਹੀਂ ਹੋਇਆ। ਤੇ ਸਭ ਤੋਂ ਪਹਿਲਾਂ ਮੈਂ ਇਹ ਕਹੂੰਗਾ ਕਿ ਇਹ ਜਿਹੜਾ ਇਨਸੀਡੈਂਟ ਹੋਇਆ ਇਹ ਬੜਾ ਅਨਫੋਰਚੂਨੇਟ ਆ, ਮੰਦਭਾਗਾ। ਇਹਦੇ ਵਿੱਚ ਬਕਾਇਦਾ ਜਿਸ ਦਿਨ ਇਨਸੀਡੈਂਟ ਹੋਇਆ ਸਰਕਾਰ ਵੱਲੋਂ ਉਹਦੀ ਕਮੇਟੀ ਕੌਂਸਟੀਟਿਊਟ ਕਰਤੀ ਸੀ। ਉਸ ਕਮੇਟੀ ਨੇ ਸਾਰਾ ਪ੍ਰੋਬ ਕੰਪਲੀਟ ਕਰਕੇ ਜਿਹੜੀ ਉਹਦੀ ਇਨਕੁਆਇਰੀ ਰਿਪੋਰਟ ਆ ਕੌਨਫੀਡੈਂਸ਼ੀਅਲ ਮਿਨਿਸਟਰ ਸਾਹਿਬ ਕੋਲ ਚਲੇ ਗਈ ਆ, ਔਰ ਬਹੁਤ ਜਲਦੀ ਉਸ ਰਿਪੋਰਟ ਦੇ ਉੱਪਰ ਐਕਸ਼ਨ ਜਿਹੜਾ ਉਹ ਜ਼ਰੂਰ ਹੋਊਗਾ, ਔਰ ਇਸ ਰਿਪੋਰਟ ਦੇ ਉੱਪਰ ਮਿਨਿਸਟਰ ਸਾਹਿਬ ਨੇ ਕਾਲ ਲੈਣੀ ਆ ਔਰ ਉਹਦੇ 'ਤੇ ਇਹ ਜਿਹੜਾ ਵੀ ਬਣਦਾ ਐਕਸ਼ਨ ਆ ਜ਼ਰੂਰ ਲੈਣਗੇ। ਮੈਂ ਅੱਜ ਹਸਪੀਟਲ 'ਚ ਵੀ ਗਿਆ ਸੀ, ਮੈਂ ਉੱਥੇ ਵੀ ਇੱਕ ਗੱਲ ਕਹੀ ਆ ਕਿ ਸਰਕਾਰ ਇਨਫਰਾਸਟਰਕਚਰ ਦੇਊਗੀ, ਇਕਵਿਪਮੈਂਟ ਦੇ ਦੇਗੀ, ਮਸ਼ੀਨਾਂ ਲਗਾ ਦੇਗੀ, ਬਟ ਅਲਟੀਮੇਟਲੀ ਜਿਹੜਾ ਹਿਊਮਨ ਟੱਚ ਆ, ਜੋ ਇਨਸਾਨੀਅਤ ਦੀਆਂ ਕਦਰਾਂ ਨੇ, ਉਹ ਕਿਸੇ ਨਾ ਕਿਸੇ ਵਕਤ ਜਿਹੜੇ ਇਸ ਸਿਸਟਮ ਨੂੰ ਚਲਾਉਣ ਵਾਲੇ ਸਟਾਫ ਨੇ, ਭਾਵੇਂ ਉਹ ਡਾਕਟਰ ਆ ਜਾਂ ਉਹਦੇ ਸਟਾਫ ਨਰਸ ਹੈ, ਪੀਐਨਸ ਨੇ, ਵਰਕਰਸ ਨੇ, ਉਹਨਾਂ ਸਾਰਿਆਂ ਨੂੰ ਇੱਕ ਆਪਣਾ ਐਟੀਟਿਊਡ ਵੀ ਔਨ ਹਿਊਮਨਟੇਰੀਅਨ ਗਰਾਊਂਡ ਜਿਹੜਾ ਉਹ ਕਰਨਾ ਪਊਗਾ। ਔਰ ਅੱਜ ਸਿਵਲ ਹਸਪੀਟਲ ਪਠਾਨਕੋਟ ਗਿਆ, ਉੱਥੇ ਬਹੁਤ ਪੁਰਾਣੀ ਇੱਕ ਮੰਗ ਸੀਗੀ ਵੀ ਲੈਬ ਔਰ CT ਸਕੈਨ ਦੀ ਫੈਸਿਲਿਟੀ ਨਹੀਂ ਸੀਗੀ। ਅੱਜ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਉੱਥੇ ਸਕੈਨਿੰਗ ਮਸ਼ੀਨ ਇੰਸਟਾਲ ਕਰਤੀ ਗਈ ਆ, ਔਰ ਉਹਦੇ ਨਾਲ ਜਿਹੜੀ ਇੱਕ ਲੈਬ ਹੈ ਜਿਹਦੇ 'ਚ ਵੱਖਰੇ ਤਰ੍ਹਾਂ ਦੇ ਟੈਸਟ ਹੋਣਗੇ, ਉਹ ਵੀ ਅੱਜ ਇੰਸਟਾਲ ਹੋ ਕੇ ਉਹਨੂੰ ਇਨੋਗਰੇਟ ਕਰਤਾ। ਔਰ ਉਚੇਚੇ ਤੌਰ 'ਤੇ ਅੱਜ ਸ਼੍ਰੀ ਲਾਲਚੰਦ ਜੀ ਕਟਾਰੂ ਚੱਕ ਜਿਹੜੇ ਸਾਡੇ ਮਿਨਿਸਟਰ ਨੇ ਫੂਡ ਸਿਵਲ ਸਪਲਾਈ, ਉਹ ਵੀ ਅੱਜ ਉੱਥੇ ਆਏ ਸਨ ਔਰ ਉਹਨਾਂ ਦੇ ਸ਼ੁਭ ਹੱਥਾਂ ਨਾਲ ਉਹਦੀ ਇਨੋਗਰੇਸ਼ਨ ਹੋ ਗਈ ਆ। ਅੱਜ ਇਹਦੇ ਨਾਲ ਇੱਕ ਬਹੁਤ ਵੱਡਾ ਐਡਵਾਂਟੇਜ ਲੋਕਾਂ ਨੂੰ ਹੋਣ ਜਾ ਰਿਹਾ ਦੋ ਚੀਜ਼ਾਂ ਨਾਲ, ਕਿਉਂਕਿ ਤੁਸੀਂ ਦੇਖਿਆ ਕਿ ਜਿਹੜੇ ਨਾਰਮਲੀ ਟੈਸਟ ਨੇ ਜਿਹੜੇ ਪ੍ਰਾਈਵੇਟ ਅਸੀਂ ਕਰਾਉਂਦੇ ਆ, ਉਹ ਕਾਫੀ ਉਹਦੀ ਹਾਇਰ ਸਾਈਡ ਉਹਦੇ ਰੇਟਸ ਨੇ। ਜਿਹੜੇ ਸਿਵਲ ਹਸਪੀਟਲ ਦੇ ਵਿੱਚ ਜਿਹੜੀ ਮਸ਼ੀਨ ਲੱਗੀ ਔਰ ਟੈਸਟ ਨੇ, ਮਾਰਕੀਟ ਨਾਲੋਂ ਆਲਮੋਸਟ 70% ਕੰਸੈਸ਼ਨ ਇਹਦਾ ਹੋਊਗਾ। ਫੋਰ ਐਗਜ਼ਾਮਪਲ ਜਿਵੇਂ ਸ਼ੂਗਰ ਦਾ ਟੈਸਟ ਆ, ਬਾਹਰ ਦੇਖ ਲਓ 12 ਰੁਪਏ 'ਚ ਇੱਥੇ, ਜਾਂ ਸਿਮਿਲਰਲੀ TLC, DLC, CBC, ਇਹ ਜਿਹੜੇ ਟੈਸਟ ਹੈਗੇ ਨੇ 65 ਰੁਪਏ ਦੇ ਵਿੱਚ ਨੇ। ਇਸ ਤਰ੍ਹਾਂ ਇੱਕ ਜਿਹੜਾ ਸਕੈਨ ਆ ਉਹ 400 ਰੁਪਏ 'ਚ ਆ। ਸੋ ਇਹਦੇ ਨਾਲ ਇੱਕ ਬਹੁਤ ਵੱਡਾ ਐਡਵਾਂਟੇਜ ਇਸ ਇਲਾਕੇ ਦੇ ਲੋਕਾਂ ਨੂੰ ਹੋਊਗਾ। ਇੱਕ ਗੱਲ ਮੈਂ ਦੱਸਾਂ ਅਨੰਦ ਖੁਰਾਨਾ ਜੀ, ਮੇਨ ਗੱਲ ਇਹ ਆ ਕਿ ਪੰਜਾਬ ਸਰਕਾਰ ਦਾ ਜਿਹੜਾ ਥਰਸਟ ਆ ਸਾਰੇ ਇਸ਼ੂਜ਼ 'ਤੇ ਆ, ਪਰ ਐਜੂਕੇਸ਼ਨ ਐਂਡ ਹੈਲਥ ਦੇ ਪ੍ਰਾਇਓਰਟੀਜ਼ ਆ। ਕਿਉਂਕਿ ਬੇਸਿਕਲੀ ਕਿਸੇ ਵਕਤ ਕੀ ਹੁੰਦਾ ਸੀ, ਅਸੀਂ ਕਹਿੰਦੇ ਹੁੰਦੇ ਸੀ ਕਿ ਤਾਲੀਮ ਅਤੇ ਸਿਹਤ ਸੇਵਾਵਾਂ ਗਰੀਬ ਦੀਆਂ ਬਾਹਾਂ ਤੋਂ ਬਾਹਰ ਹੈ, ਪਰ ਅੱਜ ਹਾਲਾਤ ਇਹ ਆ ਕਿ ਇਹ ਦੋਨੋਂ ਹੈਲਥ ਸਰਵਿਸਿਜ਼ ਅਤੇ ਐਜੂਕੇਸ਼ਨ ਮਿਡਲ ਕਲਾਸ ਦੀਆਂ ਬਾਹਾਂ ਤੋਂ ਵੀ ਬਾਹਰ ਹੋ ਗਿਆ। ਔਰ ਆਮ ਆਦਮੀ ਪਾਰਟੀ ਦੀ ਸੋਚ, ਅਰਵਿੰਦ ਕੇਜਰੀਵਾਲ ਜੀ ਦੀ ਸੋਚ, ਭਗਵੰਤ ਮਾਨ ਜੀ ਦਾ, ਮੁੱਖ ਮੰਤਰੀ ਸਾਹਿਬ ਦਾ, ਇਹ ਲੋਕਾਂ ਦਾ ਵਿਸ਼ਵਾਸ, ਔਰ ਚੇਤਨ ਜੌਨ ਮਾਜਰਾ ਜਿਹੜੇ ਸਾਡੇ ਹੈਲਥ ਮਿਨਿਸਟਰ ਨੇ, ਇਹ ਟੀਮ ਇੱਕ ਸਾਰਿਆਂ ਦੀ ਇਸ ਗੱਲ ਹੀ ਵਚਨਬੱਧ ਆ ਕਿ ਇਹ ਸੇਵਾਵਾਂ ਆਪਾਂ ਲੋਕਾਂ ਤੱਕ ਲੈ ਕੇ ਜਾਣੀਆਂ ਨੇ। ਸੋ ਇਸ ਕਰਕੇ ਇਹਦੇ ਵਿੱਚ ਬਹੁਤ ਵੱਡੇ ਤੌਰ ਦੇ ਉੱਪਰ ਸੁਧਾਰ ਹੋ ਰਹੇ ਨੇ। ਤੁਸੀਂ ਦੇਖਿਆ ਹੈਲਥ ਮਿਨਿਸਟਰ ਖੁਦ ਜਾ ਕੇ ਸਾਰੇ ਹਸਪੀਟਲ ਦੇ ਵਿੱਚ ਜਾ ਰਹੇ ਨੇ ਔਰ ਗਰਾਊਂਡ ਰਿਐਲਿਟੀ ਨੂੰ ਦੇਖ ਰਹੇ ਨੇ। ਪਿੱਛੇ ਰਜਿੰਦਰਾ ਹਸਪੀਟਲ ਵੀ ਗਏ ਨੇ, ਉੱਥੇ ਵੀ ਜਾ ਕੇ ਦੇਖਿਆ ਕਿ ਬੇਸਿਕ ਪ੍ਰੋਬਲਮਸ ਕੀ ਹੈਗੀਆਂ ਨੇ। ਇਹ ਕੋਰ ਸੈਕਟਰ ਨੂੰ ਬਹੁਤ ਦੇਰ ਤੋਂ ਅਣਗੌਲਿਆ ਗਿਆ ਸੀਗਾ, ਇਹਦੇ ਵੱਲ ਧਿਆਨ ਨਹੀਂ ਸੀ ਦਿੱਤਾ ਜਾ ਰਿਹਾ। ਹੁਣ ਪੰਜਾਬ ਸਰਕਾਰ ਇਸ ਗੱਲ 'ਤੇ ਯਤਨਸ਼ੀਲ ਹੈ ਕਿ ਇਹ ਸੇਵਾਵਾਂ
ਗਰੀਬ ਤੱਕ ਵੀ ਪਹੁੰਚਣ। ਉਹਨਾਂ ਚਿਰ ਤੱਕ ਨਹੀਂ ਗੱਲ ਬਣੇਗੀ ਜਿੰਨਾ ਚਿਰ ਤੱਕ ਜਿਹੜੀ ਸਾਡੀ ਪੋਪੂਲੇਸ਼ਨ ਹੈ, ਜਿਹੜੀ ਬੇਸਿਕਲੀ ਆਰਥਿਕ ਤੌਰ ਤੇ ਕਮਜ਼ੋਰ ਹੈ, ਉਹਨਾਂ ਨੂੰ ਇਹ ਫੈਸਿਲਿਟੀ ਨਹੀਂ ਮਿਲਦੀ। ਸਰ ਉਹਦੇ ਵਾਸਤੇ ਤਾਂ ਤੁਸੀਂ ਕਈ ਹੋਰ ਵੀ ਯਤਨ ਕਰ ਰਹੇ ਹੋ, ਚਲੋ ਆਪਾਂ ਹੁਣ ਡਿਸਕਸ ਬਾਅਦ 'ਚ ਕਰਦੇ ਹਾਂ। ਪਹਿਲੇ ਜਿਹੜਾ ਮੇਰਾ ਮੁੱਦਾ ਸੀ, ਪਹਿਲਾ ਮੁੱਦਾ ਜਿਹੜਾ ਤੁਸੀਂ ਜਿਹੜੀ ਦੱਸਿਆ ਤੁਸੀਂ ਕਿ ਐਕਸ਼ਨ ਹੋਏਗਾ। ਕੱਲ ਮੈਂ ਜਿਹੜੀ ਤੁਹਾਡੇ ਸਿਵਲ ਸਰਜਨ ਹੈ ਪਠਾਨਕੋਟ ਦੀ, ਉਹਨਾਂ ਦੀ ਬਾਈਟ ਸੁਣ ਰਿਹਾ ਸੀ। ਉਹ ਕਹਿ ਰਹੇ ਸੀ ਕਿ ਇੰਨਾ ਪ੍ਰੈਸ਼ਰ ਹੁੰਦਾ ਹੈ ਕੰਮ ਦਾ, ਇੰਨਾ ਪ੍ਰੈਸ਼ਰ ਹੁੰਦਾ ਹੈ, ਬਾਕੀ ਕੰਮ ਵੀ ਕਰਦੇ ਆ, ਕੀ ਹੋਇਆ ਜੇ ਇੱਕ ਅੱਧਾ ਬੰਦਾ ਇਸ ਤਰ੍ਹਾਂ ਦਾ ਕੇਸ ਹੋ ਗਿਆ। ਦਿਸ ਇਜ਼ ਨਾਟ ਐਟ ਆਲ, ਇਟ ਸ਼ੁੱਡ ਨਾਟ ਬੀ ਪਰਮਿਸਿਬਲ। ਕਿਉਂਕਿ ਇਹ ਥੋੜੀ ਹੈ ਕਿ ਮੈਂ ਤਾਂ ਬੜੀ ਕੋਸ਼ਿਸ਼ ਕਰ ਰਿਹਾ ਸੀ, ਸਾਡੇ ਬੰਦੇ ਤਾਂ ਕੋਸ਼ਿਸ਼ ਕਰਦੇ ਰਹਿੰਦੇ ਆ, ਪਰ ਚਲੋ ਕੀ ਹੋ ਗਿਆ, ਇੱਕ ਅੱਧਾ ਕੇਸ ਇਸ ਤਰ੍ਹਾਂ ਦਾ ਹੋ ਗਿਆ। ਇਹ ਰਿਸਪੌਂਸੀਬਲ ਜਵਾਬ ਨਹੀਂ ਹੈ ਉਹਨਾਂ ਦੇ ਬਿਹਾਫ ਦੇ ਉੱਤੇ। ਠੀਕ ਹੈ, ਉਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਅਸੀਂ ਕਰ ਰਹੇ ਹਾਂ ਐਂਡ ਅੱਗੇ ਤੋਂ ਇਸ ਤਰ੍ਹਾਂ ਨਹੀਂ ਹੋਏਗਾ। ਅਗਰ ਕੋਈ ਗਲਤੀ ਹੋਈ ਹੈ ਤੇ ਉਹਦਾ ਐਕਸ਼ਨ ਹੋਏਗਾ। ਬਟ ਉਹ ਕਹਿ ਰਿਹਾ ਕਿ ਗਲਤੀ ਮਤਲਬ ਚਲੋ ਇੰਨਾ ਕੰਮ ਹੁੰਦਾ, ਹੋ ਵੀ ਗਈ ਤਾਂ ਕੀ ਹੋ ਗਿਆ। ਦੇਖੋ ਮੈਂ ਉਹਨਾਂ ਦੀ ਸੁਣੀ ਨਹੀਂ ਬਾਈਟ, ਪਰ ਜੋ ਤੁਸੀਂ ਕਹਿ ਰਹੇ ਹੋ, ਜਿਹਨਾਂ ਨੇ ਇਸ ਤਰ੍ਹਾਂ ਕਿਹਾ, ਤਾਂ ਦੈਟ ਇਜ਼ ਨਾਟ ਫੇਅਰ। ਦੇਖੋ ਇੱਕ ਜਾਨ ਵੀ ਓਨੀ ਜ਼ਰੂਰੀ ਆ, ਔਰ ਇਸ ਕਰਕੇ ਡਾਕਟਰ ਦਾ ਤਾਂ ਫਰਜ਼ ਹੀ ਆ ਕਿ ਲਾਸਟ ਮੂਮੈਂਟ ਤੱਕ ਪੇਸ਼ੈਂਟ ਨੂੰ ਕੰਫਰਟੇਬਲ। ਈਵਨ ਤੁਹਾਡੇ ਮੰਤਰੀ ਜੀ ਨੇ ਵੀ ਇਹ ਕਿਹਾ ਸੀ ਕਿ ਇਹ ਕਿਸੇ ਨੇ ਇਹ ਛੜਯੰਤਰ ਹੈਗਾ, ਕਿ ਇਹ ਕਿਸੇ ਨੇ ਬਣਾਈ ਹੈ, ਉਹਦੇ 'ਤੇ ਐਕਸ਼ਨ ਲਓ। ਜਿਸ ਬੰਦੇ ਨੇ ਉਹ ਵੀਡੀਓ ਬਣਾਈ ਹੈ, ਈਵਨ ਤੁਹਾਡਾ ਸਟਾਫ ਵੀ ਇੱਥੇ ਦਾ, ਤੁਹਾਡੇ ਜਿਹੜੀ CMO ਹੈ, ਉਹਨਾਂ ਨੇ ਇਹ ਕਿਹਾ ਕਿ ਸਾਨੂੰ ਇਸ ਤਰ੍ਹਾਂ ਦਾ ਕੋਈ ਆਰਡਰ ਨਹੀਂ ਹੈ, ਬਟ ਤੁਹਾਡੇ ਹੈਲਥ ਡਿਪਾਰਟਮੈਂਟ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਪੁਲਿਸ ਸਟੇਸ਼ਨ ਦੇ ਵਿੱਚ ਕਿ ਉਸ ਬੰਦੇ ਨੇ ਉੱਤੇ ਐਕਸ਼ਨ ਲਿਆ ਜਾਏ ਜਿਹਨੇ ਵੀਡੀਓ ਬਣਾਈ ਹੈ। ਉਹਨੂੰ ਰੰਗ ਦੂਜਾ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਲੇਡੀਜ਼ ਦੀ ਵੀਡੀਓ ਆਬਸੀਨ ਜਿਹੜੇ ਸੀਨ ਹੈ ਉਸ ਤਰ੍ਹਾਂ ਦੇ ਸੀਨਸ ਨਹੀਂ ਹੋਣੇ ਚਾਹੀਦੇ। ਬਟ ਉਹਦਾ ਮੋਟਿਵ ਇਹ ਥੋੜੀ ਸੀ ਉਸ ਬੰਦੇ ਦਾ ਵੀਡੀਓ ਬਣਾਉਣ ਦਾ। ਉਸਦਾ ਮੋਟਿਵ ਤਾਂ ਇਹ ਸੀ ਕਿ ਜਿਹੜੀ ਉਹਨੇ ਵੀਡੀਓ ਬਣਾਈ ਹੈ ਕਿ ਦੇਖੋ ਪਠਾਨਕੋਟ ਸਿਵਲ ਹਸਪੀਟਲ ਦੇ ਵਿੱਚ ਬੰਦੇ ਦੀ ਕੀ ਕਦਰ ਹੈ, ਉਹਦਾ ਮੋਟਿਵ ਤਾਂ ਇਹ ਸੀ। ਮੈਂ ਤਾਂ ਇਹ ਸਾਰੀਆਂ ਗੱਲਾਂ ਜਾਂਚ ਦੇ ਘੇਰੇ 'ਚ ਆ ਗਈਆਂ ਨੇ। ਇਹ ਜਿਹੜੀ ਡਿਟੇਲਡ ਪ੍ਰੋਬ ਹੋਈ ਆ, ਸਾਰੀ ਗੱਲਾਂ ਉਹਦੇ ਵਿੱਚ ਆ ਗਈਆਂ ਨੇ, ਕਿਉਂਕਿ ਉਹ ਕੌਨਫੀਡੈਂਸ਼ੀਅਲ ਆ, ਉਹ ਮੰਤਰੀ ਜੀ ਕੋਲ ਚਲੇ ਗਈ ਆ। ਸੋ ਉਹਦੇ 'ਚ ਮੰਤਰੀ ਜੀ ਨੇ ਐਕਸ਼ਨ ਲੈਣਾ। ਮੈਂ ਸਿਰਫ ਇੱਕੋ ਗੱਲ ਕਹੂੰਗਾ ਖਰਾਬ ਸਾਹਿਬ, ਮੈਂ ਸਿਰਫ ਇੰਨਾ ਗੱਲ ਕਹਿਣਾ ਚਾਹੁੰਦਾ, ਮੈਂ ਤਾਂ ਪਬਲਿਕ ਦੀ ਤਰਫ ਤੋਂ ਬੋਲ ਰਿਹਾ, ਮੈਂ ਤਾਂ ਇੰਨਾ ਗੱਲ ਕਹਿਣਾ ਚਾਹੁੰਦਾ ਕਿ ਜਿਸ ਵੀ ਲੈਵਲ 'ਤੇ ਉਹ ਅਣਗਹਿਲੀ ਹੋਈ ਹੈ, ਦੇ ਸ਼ੁੱਡ ਬੀ ਪਨਿਸ਼ਡ। It is but natural ਜੀ। question ਇਹ ਹੈ ਕਿ whosoever is found guilty, he or she will be dealt as per the law। ਇਹ ਤਾਂ ਬਿਲਕੁਲ ਇਹੋ ਹੀ ਆ, ਔਰ ਪੰਜਾਬ ਸਰਕਾਰ ਦਾ ਮਨਸ਼ਾ ਵੀ ਇਹੀ ਆ। ਔਰ ਖਾਸ ਕਰ ਜਿਹੜੇ ਸਾਡੇ ਹੈਲਥ ਮਿਨਿਸਟਰ ਨੇ, ਬਹੁਤ ਸੈਂਸਿਟਿਵ ਨੇ ਟੂ ਦੀ ਸਿਚੁਏਸ਼ਨ। ਉਹ ਤਾਂ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਐਕਸ਼ਨ ਲੈਂਦੇ ਨੇ ਵੀ ਤਾਂ ਕਿ ਆਮ ਲੋਕਾਂ ਨੂੰ ਉਹ ਜਿਹੜੀਆਂ ਸਹੂਲਤਾਂ ਨੇ ਉਹਦਾ ਫਾਇਦਾ ਹੋਏ। ਦੂਸਰੀ ਗੱਲ ਮੈਂ ਇੱਕ ਹੋਰ ਕਹੀ ਸੀ ਅੱਜ ਡਾਕਟਰ ਸਾਹਿਬਾਨ ਨੂੰ, ਮੈਂ ਕਿਹਾ ਸੀ ਵੀ ਜਦੋਂ ਕਿਸੇ ਵਕਤ ਪੇਸ਼ੈਂਟ ਆਉਂਦਾ, ਉਹਦੇ 'ਤੇ ਬਿਮਾਰੀ ਦਾ ਵੀ ਅਸਰ ਹੁੰਦਾ, ਉਹਦੇ ਮਨ ਦੇ ਉੱਪਰ ਸਟ੍ਰੈਸ ਵੀ ਹੁੰਦਾ। ਅਤੇ ਸਾਨੂੰ ਸਾਰਿਆਂ ਨੂੰ, ਜਿਹੜੇ ਅਸੀਂ ਲੋਕ ਜਾਂ ਗਵਰਨ ਕਰਦੇ ਹਾਂ ਜਾਂ ਕੋਈ ਡਾਕਟਰ ਹੈ, ਸਾਨੂੰ ਪੇਸ਼ੈਂਸ ਜ਼ਿਆਦਾ ਰੱਖਣੀ ਚਾਹੀਦੀ ਆ। ਬਿਕੋਜ਼ ਜਿਹੜਾ ਬੰਦਾ ਦੁਖੀ ਹੋਏਗਾ ਉਹਦੀ ਤਾਂ ਫਰਸਟ੍ਰੇਸ਼ਨ ਨਿਕਲਣੀ ਹੈ। ਜੋ ਫਰਸਟ੍ਰੇਸ਼ਨ ਡਾਕਟਰ ਤੋਂ ਨਿਕਲੇਗੀ, ਜਾਂ ਫੋਰ ਐਗਜ਼ਾਮਪਲ ਅਸੀਂ ਪਬਲਿਕ ਮੈਨ ਆ, ਸਾਡੇ ਕੋਲ ਲੋਕ ਦੁਖੀ ਹੋ ਕੇ ਆਉਂਦੇ ਨੇ, ਸਾਡੇ ਨਾਲ ਆ ਕੇ ਮਾੜਾ ਚੰਗਾ ਵੀ ਬੋਲ ਲੈਂਦੇ ਨੇ, ਅਤੇ ਜੇ ਅਸੀਂ ਪੇਸ਼ੈਂਸ ਨਾ ਰੱਖੀਏ, ਉਹਨੂੰ ਰਿਐਕਟ ਕਰੀਏ, ਤਾਂ ਉਹ ਗੱਲ ਠੀਕ ਨਹੀਂ ਹੋਊਗੀ। ਸੋ ਦਿਸ ਇਜ਼ ਦੀ ਵਰਡ ਆਫ ਐਡਵਾਈਸ ਮੈਂ ਅੱਜ ਡਾਕਟਰਸ ਨੂੰ ਵੀ ਦੇ ਕੇ ਆਇਆ। ਉਹਨਾਂ ਨੇ ਇਹ ਵੀ ਕਿਹਾ ਵੀ ਕੋਸ਼ਿਸ਼ ਕਰੋ, ਜੋ ਤੁਹਾਡਾ ਕੋਈ ਰਿਸ਼ਤੇਦਾਰ ਬਿਮਾਰ ਹੋਵੇ, ਤੁਸੀਂ ਉਸ ਮੁਸ਼ਕਿਲ 'ਚ ਹੋਵੋ, ਅਤੇ ਤੁਸੀਂ ਕੀ ਤਵੱਕੋ ਕਰਦੇ ਹੋ ਵੀ ਤੁਹਾਨੂੰ ਕਿਸ ਤਰੀਕੇ ਦੀ ਟਰੀਟਮੈਂਟ ਮਿਲੇ, ਉਸ ਤਰੀਕੇ ਦੀ ਟਰੀਟਮੈਂਟ ਤੁਸੀਂ ਵੀ ਲੋਕਾਂ ਨੂੰ ਦਿਓ। ਸਰ ਅਕਸਰ ਕਿਹਾ ਜਾਂਦਾ ਹੈ ਕਿ ਅਗਰ ਡਾਕਟਰ ਪੇਸ਼ੈਂਟ ਨੂੰ ਅੱਛੀ ਤਰ੍ਹਾਂ ਡੀਲ ਕਰ ਲੇ, ਅੱਛੀ ਤਰ੍ਹਾਂ ਟਰੀਟ ਤੱਕ ਬਾਅਦ ਦੀ ਗੱਲ ਹੈ, ਉਹ ਪਿਆਰ ਨਾਲ ਕੋਈ 2-4 ਗੱਲਾਂ ਹੀ ਬੋਲਦੇ ਪੇਸ਼ੈਂਟ ਨੂੰ, ਤਾਂ ਪੇਸ਼ੈਂਟ ਦੀ ਅੱਧੀ ਬਿਮਾਰੀ ਵੈਸੇ ਹੀ ਦੂਰ ਹੋ ਜਾਂਦੀ ਹੈ। ਬਟ ਮੈਂ ਇਹ ਵੀ ਸਮਝਣਾ ਕਿ ਬਹੁਤ ਪ੍ਰੈਸ਼ਰ ਹੁੰਦਾ ਹੈ, ਕਾਫੀ ਪੇਸ਼ੈਂਟ ਆਉਂਦੇ ਆ, ਬਟ ਅਸੀਂ ਆਪਣੀ ਪੇਸ਼ੈਂਸ ਥੋੜ੍ਹੀ ਲੂਜ਼ ਕਰਨੀ ਹੈ। ਬਿਲਕੁਲ ਯੂ ਆਰ ਰਾਈਟ। ਅਨਿਲ ਜੀ, ਦੂਸਰੀ ਗੱਲ ਇੱਕ ਹੋਰ ਹੈ ਕਿ ਜਿਸ ਬੰਦੇ ਨੇ, ਮੈਂ ਪਹਿਲਾਂ ਜਿਸ ਤਰ੍ਹਾਂ ਕਿਹਾ ਵੀ ਜੇ ਦੁਖੀ ਉਹਨੇ ਹੋਣਾ, ਤਾਂ ਉਹਨੂੰ ਜ਼ਿਆਦਾ ਤੁਹਾਨੂੰ ਰਿਸਪੌਂਡ ਕਰਨਾ ਚਾਹੀਦਾ। ਔਰ ਇੱਕ ਦੂਸਰੀ ਗੱਲ ਇੱਕ ਹੋਰ ਆ, ਅੱਜ ਜਿਸ ਵਕਤ ਆਪਾਂ ਇਹ ਸਾਰੀਆਂ ਗੱਲਾਂ ਕਰਨੇ ਆ ਨਾ, ਮੈਂ ਇਹ ਵੀ ਬਿਲੀਵ ਕਰਦਾ ਕਿ ਅੱਜ ਸਮਾਜ ਦੇ ਵਿੱਚ ਇੱਕ ਨਿਗਾਰ ਵੀ ਆ, ਟੋਟਲ ਡਿਟੋਰੇਸ਼ਨ ਵੀ ਆਈ ਆ। ਉਸ ਡਿਟੋਰੇਸ਼ਨ ਦੇ ਵਿੱਚ ਸਮਾਜ ਦਾ ਹਰ ਕਿੱਤਾ, ਹਰ ਕਾਰੋਬਾਰ, ਫੋਰ ਐਗਜ਼ਾਮਪਲ ਪਬਲਿਕ ਮੈਨ ਹੈ, ਡਾਕਟਰ ਹੈ, ਲਾਇਰ ਹੈ, ਇੰਜੀਨੀਅਰ ਹੈ, ਬਿਜ਼ਨਸਮੈਨ ਹੈ, ਬਿਊਰੋਕਰੇਟ ਹੈ, ਇਹ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਤਾਂ ਡਿਟੋਰੇਸ਼ਨ ਆਈ ਹੈ ਨਾ। ਅੱਜ ਤੋਂ ਕੁਝ ਸਾਲ ਪਹਿਲਾਂ ਅਸੀਂ ਡਾਕਟਰ ਨੂੰ ਰੱਬ ਦਾ ਰੂਪ ਸਮਝਦੇ ਸੀ, ਔਰ ਰੱਬ ਤੋਂ ਬਾਅਦ ਲੋਕ ਡਾਕਟਰ ਨੂੰ ਸਮਝਦੇ, ਪਰ ਕਿਤੇ ਨਾ ਕਿਤੇ
ਉਹ ਵੀ ਗੱਲ 'ਚ ਨਿਗਾਰ ਆਈ ਆ ਵੀ ਅੱਜ ਲੋਕਾਂ ਨੇ ਉਸ ਚੀਜ਼ ਤੋਂ ਵੀ ਮੂੰਹ ਮੋੜਿਆ। ਸੋ ਇਹ ਜਿਹੜੀ ਆ ਮੈਂ ਸਮਝਦਾ ਵੀ ਇਹ ਸਾਰੇ ਪਾਸੇ ਹੀ ਆ। ਸੋ ਜਦੋਂ ਮੈਂ ਇੰਨੇ ਬੰਦਿਆਂ ਇਹਨਾਂ ਕਿੱਤਿਆਂ ਦਾ ਨਾਂ ਲੈਣਾ ਜਾਂ ਬੰਦਿਆਂ ਦਾ ਨਾਂ ਲੈਣਾ, ਇਹਦਾ ਮਤਲਬ ਇਹ ਹੈ ਕਿ ਅਸੀਂ ਸਾਰੇ ਸਮਾਜ ਦਾ ਹਿੱਸਾ, ਅਸੀਂ ਬਾਹਰੋਂ ਇੰਪੋਰਟ ਤੇ ਹੋਏ ਨਹੀਂ। ਸੋ ਇਸ ਕਰਕੇ ਜਦੋਂ ਸਮਾਜ ਦੇ ਵਿੱਚ ਡਿਟੋਰੇਸ਼ਨ ਆਈ ਆ, ਇੱਦਾਂ ਹੀ ਸਾਰੇ ਵਾਕ ਆਫ ਲਾਈਫ 'ਚ ਡਿਟੋਰੇਸ਼ਨ ਆਈ ਹੈ। ਸਾਨੂੰ ਉਸ ਡਿਟੋਰੇਸ਼ਨ ਨੂੰ, ਉਸ ਨਿਗਾਰ ਨੂੰ ਰੋਕਣਾ ਪਏਗਾ, ਆਪਣੇ ਆਪ ਨੂੰ ਇੰਪਰੂਵ ਕਰਨਾ ਪਏਗਾ, ਸੋ ਦੈਟ ਅਸੀਂ ਇੱਕ ਵਧੀਆ ਤਰੀਕੇ ਦੇ ਨਾਲ ਲੋਕਾਂ ਨੂੰ ਸਰਵਿਸ ਦੇ ਸਕੀਏ। ਔਰ ਸੈਕੰਡਲੀ ਪੰਜਾਬ ਸਰਕਾਰ ਦੀ ਮਨਸ਼ਾ ਹੀ ਇਹ ਆ ਕਿ ਹੈਲਥ ਸਰਵਿਸਿਜ਼ ਜਿਹੜੀਆਂ ਨੇ ਉਹ ਬਿਲਕੁਲ ਵਧੀਆ ਹੋਣ, ਠੀਕ ਹੋਣ, ਔਰ ਉਹਦੇ ਵਿੱਚ ਲੋਕਾਂ ਨੂੰ ਉਸ ਚੀਜ਼ ਦਾ ਵੱਧ ਤੋਂ ਵੱਧ ਫਾਇਦਾ ਮਿਲੇ। ਸਰ, ਇੱਕ ਤੁਹਾਡੀ ਇਲੈਕਸ਼ਨਸ ਤੋਂ ਪਹਿਲੇ ਇਹ ਅਨਾਉਂਸਮੈਂਟ ਸੀ ਕਿ ਅਸੀਂ ਦਿੱਲੀ ਦੇ ਬੇਸ ਤੇ, ਜੋ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਅਸੀਂ ਐਜੂਕੇਸ਼ਨ ਐਂਡ ਹੈਲਥ ਦੇ ਉੱਤੇ ਅਸੀਂ ਫੋਕਸ ਕੀਤਾ ਹੈ, ਸੇਮ ਇੱਥੇ ਵੀ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ, ਜਿਹੜੇ ਕਿ ਤੁਸੀਂ 100 ਦੇ ਲਗਭਗ ਕਲੀਨਿਕ ਖੋਲ੍ਹੇ ਵੀ ਹੈ। ਬਟ ਉੱਥੇ ਹੀ ਇਹ ਕੰਟਰਾਡਿਕਸ਼ਨ ਵੀ ਆ ਰਹੀ ਹੈ ਕਿ ਇਹਨਾਂ ਨੇ ਇਨਫਰਾਸਟਰਕਚਰ 'ਤੇ ਉਨੇ ਪੈਸੇ ਨਹੀਂ ਲਾਏ ਜਿੰਨੇ ਕਿ ਉਹਦੇ ਪ੍ਰਚਾਰ 'ਤੇ ਲਗਾਤੇ ਹੈ। ਮਤਲਬ ਕਿ ਉਸ ਦਾ ਪ੍ਰਚਾਰ ਜ਼ਿਆਦਾ ਹੈ ਅਤੇ ਅੰਦਰ ਕੁਛ ਨਹੀਂ ਹੈ। ਇਹਦੇ ਬਾਰੇ ਬਿਲਕੁਲ ਖੁਰਾਨਾ ਜੀ, ਬਿਲਕੁਲ ਐਸੀ ਕੋਈ ਗੱਲ ਨਹੀਂ। ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੰਦਾ ਵੀ 15 ਅਗਸਤ ਨੂੰ 110 ਕਲੀਨਿਕ ਜਿਹੜੇ ਆਮ ਆਦਮੀ ਕਲੀਨਿਕ ਨੇ ਇਨੋਗਰੇਟ ਹੋਏ ਨੇ, ਔਰ ਉਹਦੇ ਵਿੱਚ ਮੈਨੂੰ ਇਹ ਫਖਰ ਹੈ ਕਿ ਗੁਰਦਾਸਪੁਰ ਅਸੈਂਬਲੀ ਸੈਗਮੈਂਟ ਦਾ ਪਿੰਡ ਭੋਪਰ ਸਾਹਿਦਾ ਦੇ ਵਿੱਚ ਇੱਕ ਆਮ ਆਦਮੀ ਕਲੀਨਿਕ ਖੁੱਲ੍ਹਿਆ, ਔਰ ਦੂਸਰਾ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਮਸਾਨੀਆ ਖੁੱਲ੍ਹਿਆ। ਤੁਸੀਂ ਮੇਰੇ ਨਾਲ ਚੱਲੋ, ਤੁਸੀਂ ਜਾ ਕੇ ਦੇਖੋਗੇ ਕਿ ਉਹਦੇ 44 ਤਰ੍ਹਾਂ ਦੇ ਟੈਸਟ ਫ੍ਰੀ ਨੇ, 75 ਤਰ੍ਹਾਂ ਦੀਆਂ ਮੈਡੀਸਨਸ ਉੱਥੇ ਉਪਲਬਧ ਨੇ। ਜਿਹੜਾ ਉਹਦਾ ਡਾਕਟਰ ਆ ਉਹ ਟੈਬ ਦੇ ਉੱਪਰ ਮੈਡੀਸਨ ਲਿਖਦਾ, ਔਰ ਉਹਦੇ ਬਕਾਇਦਾ ਵਾਈਫਾਈ ਦੇ ਨਾਲ ਕਨੈਕਟਡ ਆ। ਉਹਦੇ 'ਚ ਬਕਾਇਦਾ ਹੈਲਥ ਕਮਿਊਨਿਟੀ ਆਫਿਸਰਸ ਉੱਥੇ ਨੇ, ਗਾਇਨੀ ਵਾਸਤੇ, ਬੱਚਿਆਂ ਵਾਸਤੇ ਸਾਰਾ ਸਟਾਫ ਉੱਥੇ ਉਪਲਬਧ ਆ। ਔਰ ਤੁਸੀਂ ਮੇਰੇ ਨਾਲ ਜਾ ਕੇ ਦੇਖੋ, ਭੋਪਰ ਸਾਹਿਦਾ 'ਚ ਮਰੀਜ਼ਾਂ ਦੀ ਲਾਈਨ ਨਹੀਂ ਟੁੱਟ ਰਹੀ। ਆਈ ਐਮ ਟੈਲਿੰਗ ਯੂ ਦੀ ਹਾਰਡ ਫੈਕਟ। ਮੈਨੂੰ ਇੰਨੀ ਸੈਟਿਸਫੈਕਸ਼ਨ ਮਿਲਦੀ ਆ ਕਿ ਜਿਹੜੀ ਗੱਲ ਕੇਜਰੀਵਾਲ ਜੀ ਨੇ ਚੋਣਾਂ ਦੇ ਵਿੱਚ ਕਹੀ ਸੀ, ਤੁਸੀਂ ਆ ਕੇ ਦੇਖੋ ਅੱਜ ਪੂਰੀ ਉਹ ਮੁਕੰਮਲ ਹੈ। ਔਰ ਇੱਕ ਉੱਤੇ ਖੂਬਸੂਰਤੀ ਖੋਰ ਆ, ਜੇ ਕੋਈ ਪੇਸ਼ੈਂਟ ਆਉਂਦਾ ਉਹਨੂੰ ਦਵਾਈ ਮੰਨ ਲਓ 15 ਦਿਨ ਦੀ ਚਾਹੀਦੀ ਆ ਜਾਂ ਮਹੀਨੇ ਦੀ ਚਾਹੀਦੀ ਆ, ਮੈਡੀਸਨ 15 ਦਿਨ ਜਾਂ ਮਹੀਨੇ ਦੀ ਪੂਰੀ ਮਿਲਦੀ ਆ। ਇਹ ਨਹੀਂ ਹੋ ਸਕਦਾ ਵੀ ਤੂੰ ਹਫਤੇ ਦੀ ਲੈ ਜਾ ਅਤੇ ਹਫਤੇ ਬਾਅਦ ਫੇਰ ਆਈ। ਨੋ, ਜਿੰਨੀ ਦੀ ਰਿਕੁਆਇਰਮੈਂਟ ਉਹਨੂੰ ਪੂਰੀ ਮਿਲਦੀ ਆ ਔਰ ਫ੍ਰੀ ਮਿਲ ਰਹੀ ਆ। ਜਿਹੜੇ ਟੈਸਟ ਨੇ ਉੱਥੋਂ ਕਲੈਕਸ਼ਨ ਕੀਤੀ ਜਾਂਦੀ ਆ, ਦੂਸਰੀ ਲੈਬ ਦੇ ਨਾਲ ਉਹਦਾ ਹੈਗੀ ਆ, ਔਰ ਉਸ ਤੋਂ ਬਾਅਦ ਉਹਨੂੰ ਜਿਹੜੀ ਅਗਲੇ ਦਿਨ ਰਿਪੋਰਟ ਜਿਹੜੀਆਂ ਵਾਪਸ ਆ ਰਹੀਆਂ। ਉਹ ਆਮ ਆਦਮੀ ਕਲੀਨਿਕ ਬਹੁਤ ਵਧੀਆ ਚੱਲ ਰਹੇ ਨੇ, ਤੁਸੀਂ ਜਾ ਕੇ ਦੇਖ ਸਕਦੇ ਹੋ। ਕੋਈ ਪ੍ਰਚਾਰ ਵਾਲੀ ਗੱਲ ਨਹੀਂ। ਆਮ ਆਦਮੀ ਕਲੀਨਿਕ ਦੀ ਜਿਹੜਾ ਐਕਟੀਵਿਟੀ ਹੈ, ਜਿਹੜਾ ਉਹਦਾ ਕੰਮ ਹੈ, ਉੱਥੇ ਦੇ ਮੈਡੀਸਨ ਹੈ, ਇਨਫਰਾਸਟਰਕਚਰ, ਜਾ ਕੇ ਦੇਖੋ, ਉਹ ਖੁਦ ਬੋਲਦਾ। ਇਹ ਤਾਂ ਐਵੇਂ ਵਿਰੋਧੀ ਕਿਸੇ ਵਕਤ ਅਪੋਜ਼ ਕਰਨ ਵਾਸਤੇ ਇਹੋ ਜਿਹੀਆਂ ਗੱਲਾਂ ਕਰਦੇ ਨੇ। ਮੈਂ ਇੱਕ ਬੇਨਤੀ ਕਰੂੰਗਾ ਵੀ ਪਿਛਲੇ ਕਈ ਸਾਲਾਂ ਦੇ ਵਿੱਚ ਰਵਾਇਤੀ ਪਾਰਟੀਆਂ ਨੇ ਕੰਮ ਕੀਤਾ। ਮੈਨੂੰ ਦੱਸੋ, ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਆ, ਇਹ ਬਹੁਤ ਸਰਕਾਰ ਹੈ ਭਗਵੰਤ ਮਾਨ ਜੀ ਦੀ, ਜਿਹਨੇ 5 ਮਹੀਨਿਆਂ ਦੇ ਵਿੱਚ 9000 ਟੀਚਰ ਜਿਹੜਾ ਕੰਟਰੈਕਟ 'ਤੇ ਸੀਗਾ, ਅੱਜ ਉਹਨੂੰ ਪੱਕਿਆ ਕਰਤਾ। ਉਹਨਾਂ ਦਾ ਕੀ ਕਸੂਰ ਸੀ? 20 ਸਾਲ ਤੋਂ ਉਹ ਨੌਕਰੀ ਕਰ ਰਹੇ ਸੀ, ਉਹਨਾਂ ਦੀ ਸ਼ਾਦੀ ਹੋ ਗਈ, ਬੱਚੇ ਹੋ ਗਏ, ਔਰ ਦੇ ਵਰ ਸਟਿਲ ਔਨ ਕੰਟਰੈਕਟ। ਕੱਲ੍ਹ ਨੋਟੀਫਿਕੇਸ਼ਨ ਕਰਕੇ ਉਹ ਕਰਤਾ। ਉਸ ਤੋਂ ਇਲਾਵਾ ਸਿੱਖਿਆ ਕਰਮੀ ਰੱਖੇ ਸੀ ਤਕਰੀਬਨ 8500 ਦੇ ਕਰੀਬ, 2500 ਰੁਪਏ ਮਹੀਨੇ ਦੇ 2004 'ਚ ਰਿਕਰੂਟ ਹੋਏ ਸੀ, ਅੱਜ ਉਹਨਾਂ ਨੂੰ ਪੱਕਿਆ ਕਰਤਾ। ਸੋ ਸਵਾਲ ਇਹ ਹੈ ਵੀ ਇੱਕ ਪਹਿਲ ਕਦਮੀ ਆਉਂਦੇ ਸ਼ੁਰੂ ਹੋ ਗਈ ਆ। ਨਹੀਂ ਤਾਂ ਕਈ ਵਾਰੀ ਸਰਕਾਰਾਂ ਜਿਹੜਾ ਪਿਛਲਾ ਪੜਾਅ ਹੁੰਦਾ ਸੀਗਾ, ਚੌਥੇ ਸਾਲ ਜਾ ਕੇ ਇਹੋ ਜਿਹੇ ਡਿਸੀਜ਼ਨ ਲੈਂਦੀ ਸੀ। ਕੁਡ ਯੂ ਬਲੀਵ ਕਿ 26000 ਨੌਕਰੀ ਅਪ੍ਰੈਲ ਮਹੀਨੇ ਦੇ ਵਿੱਚ ਹੀ ਉਹਦੀ ਐਡਵਰਟਾਈਜ਼ਮੈਂਟ ਹੋ ਗਈ ਹੈ। ਸੋ ਦੈਟ ਬੱਚਿਆਂ ਨੂੰ 2-2 3-3 ਚਾਂਸ ਮਿਲ ਜਾਣਗੇ ਵੀ ਜੇ ਇਸ ਵਾਰੀ ਨਹੀਂ ਕਲੀਅਰ ਹੋ ਸਕੇ ਦੁਬਾਰਾ ਹੋ ਜਾਣ, ਤੀਸਰੀ ਵਾਰੀ ਹੋ ਜਾਣ। ਅਤੇ ਜੇ ਆਪਾਂ ਨੌਕਰੀਆਂ ਚੌਥੇ ਸਾਲ ਕੱਢਦੇ ਸੀਗੇ ਤਾਂ ਕਿਵੇਂ ਤੁਸੀਂ ਕਰ ਸਕਦੇ ਸੀ? ਸੋ ਇਹ ਸਾਰੇ ਪਾਸੇ ਇੱਕ ਬਦਲਾਵ ਨਜ਼ਰ ਆ ਰਿਹਾ, ਭਾਵੇਂ ਉਹ ਐਜੂਕੇਸ਼ਨ ਹੈ, ਭਾਵੇਂ ਉਹ ਹੈਲਥ ਹੈ, ਭਾਵੇਂ ਉਹ ਕਿਸਾਨੀ ਹੈ। ਤੁਸੀਂ ਆਪ ਸ਼ੂਗਰ ਕੇਨ ਦੇਖ ਲਓ, ਇਹਨਾਂ ਦੀਆਂ ਜਿੰਨੀਆਂ ਪੇਮੈਂਟਸ ਸਰਕਾਰੀ ਮਿਲਾਂ ਦੀਆਂ ਡਿਊ ਸੀ, ਸਾਰੀਆਂ ਅੱਜ ਕਲੀਅਰ ਨੇ। ਬਟਾਲਾ ਬੈਲੈਂਸ ਪੇਮੈਂਟ 0, ਗੁਰਦਾਸਪੁਰ 0, ਔਰ 20 ਰੁਪਈਆ ਰੇਟ ਵਧਾ ਦਿੱਤਾ। ਸੋ ਇਹ ਸਾਰੀਆਂ ਚੀਜ਼ਾਂ ਅੱਜ ਹੋ ਹੀ ਰਹੀਆਂ ਨੇ ਨਾ, ਔਰ ਇਹ ਪਹਿਲੇ ਮਹੀਨਿਆਂ 'ਚ ਹੋ ਰਹੀਆਂ ਨੇ। ਸੋ ਇੱਥੇ ਗੌਰਮੈਂਟ ਦੀ ਇੰਟੈਂਸ਼ਨ ਬਹੁਤ ਕਲੀਅਰ ਹੈ। ਦੇਖੋ, ਇੱਕ ਬਦਲਾਵ ਆਇਆ ਪੰਜਾਬ 'ਚ, ਔਰ ਅੱਜ ਉਸ ਬਦਲਾਵ ਦਾ ਹਿੱਸਾ ਹਰ ਇਨਸਾਨ ਨੂੰ ਬਣਨਾ ਚਾਹੀਦਾ। ਔਰ ਇਹ ਬੜੇ ਸਾਲਾਂ ਬਾਅਦ ਇੱਕ ਇਹੋ ਜਿਹਾ ਇਨਕਲਾਬੀ ਬਦਲਾਵ ਹੈ। ਜੇ ਅੱਜ ਵੀ ਲੋਕ ਇਸ ਬਦਲਾਵ ਦਾ ਫਾਇਦਾ ਨਹੀਂ ਲੈਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਫਿਰ ਉਹ ਚੀਜ਼ਾਂ ਮਿਲਣੀਆਂ ਨਹੀਂ।
ਸੋ ਇਸ ਕਰਕੇ ਹੈਲਥ ਦੇ ਉੱਤੇ ਤਾਂ ਬਹੁਤ ਫੋਕਸ ਆ ਔਰ ਬਿਲਕੁਲ ਆਮ ਆਦਮੀ ਕਲੀਨਿਕ ਹਜੇ ਹੋਰ 'ਚ ਖੁੱਲ੍ਹੇ ਨੇ। ਇਹ ਤਾਂ 15 ਅਗਸਤ ਨੂੰ 110 ਖੁੱਲ੍ਹ ਗਿਆ ਔਰ ਜਦੋਂ 3-3 4-4 ਇੱਕ ਅਸੈਂਬਲੀ ਕੌਂਸਟੀਚੁਐਂਸੀਜ਼ ਦੇ ਵਿੱਚ ਜਾਂ ਸਬ ਡਿਵੀਜ਼ਨ ਦੇ ਵਿੱਚ ਆ ਗਏ ਤਾਂ ਲੋਕਾਂ ਨੂੰ ਕਿੰਨੀ ਸਹੂਲਤ ਹੋਊਗੀ। ਸੋ ਇਸ ਕਰਕੇ ਆਈ ਥਿੰਕ ਕਿ ਇਹ ਪ੍ਰਾਇੋਰਟੀ ਦੇ ਉੱਤੇ ਗਵਰਨਮੈਂਟ ਇਹ ਮੁਹੱਲਾ ਕਲੀਨਿਕ ਹੈ ਜਾਂ ਕੰਸਟੀਚੁਐਂਸੀ 'ਚ 2-4 ਹੀ ਖੁੱਲ੍ਹਣੇ ਆ? ਨਹੀਂ, ਇਹ ਉਹਨਾਂ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਉਣੇ ਨੇ ਬਿਕੋਜ਼ ਮਾਰਚ ਦੇ ਵਿੱਚ ਗਵਰਨਮੈਂਟ ਬਣੀ, 15 ਅਗਸਤ ਨੂੰ 110 ਤੇ ਚਾਲੂ ਵੀ ਕਰ ਦਿੱਤੇ ਔਰ ਹੁਣ ਵਰਕ ਜਿਹੜਾ ਦੂਸਰੀ ਥਾਵਾਂ ਦੇ ਉੱਪਰ ਚੱਲ ਰਿਹਾ, ਆਇਡੈਂਟੀਫਿਕੇਸ਼ਨ ਹੋ ਰਹੀ ਆ ਔਰ ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਵੱਡੇ ਨੰਬਰ ਦੇ ਉੱਪਰ ਖੋਲ੍ਹੇ ਜਾਣਗੇ। ਅੱਛਾ ਸਰ, ਤੁਸੀਂ ਇਹ ਗੱਲ ਤਾਂ ਆਪਾਂ ਕੀਤੀ ਹੈਲਥ ਦੀ, ਬਟ ਅਦਰਵਾਈਜ਼ ਜੋ ਸਿਨੈਰੀਓ ਚੱਲ ਰਿਹਾ ਹੈ, ਤੁਹਾਡੀ ਸਰਕਾਰ ਨੇ ਜਦੋਂ ਆਉਣਾ ਸੀ ਤੇ ਵਾਅਦਾ ਕੀਤਾ ਸੀ ਕਿ ਰੇਤ ਜਿਹੜੀ ਹੈ ਉਹ ਕੰਟਰੋਲ ਰੇਟ ਤੇ ਮਿਲੇਗੀ। ਰੇਤ ਕੰਟਰੋਲ ਰੇਟ ਤਾਂ ਛੱਡੋ, ਮਿਲਣੀ ਹੀ ਬੰਦ ਹੋ ਗਈ। ਜਿਹੜੀ ਟਰਾਲੀ 3000 ਦੀ ਸੀ ਉਹ 9-9 10-10 ਹਜ਼ਾਰ ਦੀ ਉਹ ਵੀ ਅਵੇਲੇਬਲ ਨਹੀਂ ਹੈ। ਬਟ ਅਦਰਵਾਈਜ਼ ਅਸੀਂ ਗੱਲ ਕਰੀਏ ਰੇਤ ਜਿਹੜੀ ਹੈ ਬਾਕੀ ਸਿਟੀ, ਜਿਸ ਤਰ੍ਹਾਂ ਹੁਣ ਮੰਨ ਲਓ ਸਪੋਜ਼ ਇਹਨਾਂ ਨੇ ਕਿਹਾ ਕਿ 30 ਸਤੰਬਰ ਤੱਕ ਐਜ਼ ਲੀਗਲੀ ਸਾਰੀਆਂ ਮਾਈਨਿੰਗ ਜਿਹੜੀਆਂ ਬੰਦ ਹੁੰਦੀਆਂ, ਬਟ ਪੰਜਾਬ ਨੂੰ ਛੱਡ ਕੇ ਹਿਮਾਚਲ ਤੇ JNK 'ਚ ਦੋਨੋਂ ਜਗ੍ਹਾ ਮਾਈਨਿੰਗ ਚੱਲ ਰਹੀ ਸੀ ਐਂਡ ਧੜੱਲੇ ਨਾਲ ਟਰੱਕ ਪੰਜਾਬ 'ਚੋਂ ਹੀ ਨਿਕਲ ਕੇ ਪੰਜਾਬ 'ਚ ਹੀ ਜਾ ਰਿਹਾ। ਤੇ ਕਿਆ ਉਹ ਮਾਈਨਿੰਗ ਸਾਡੀ ਪਾਲਿਸੀ ਬਣੀ ਨਹੀਂ ਜਾਂ ਸਾਡੇ ਕ੍ਰੈਸ਼ਰ ਬੰਦ ਪਏ ਆ, ਸਾਰੀ ਲੇਬਰ ਫ੍ਰੀ ਹੈ, ਸਾਰੇ ਕੰਮ ਬੰਦ ਪਏ ਆ, ਕੰਟਰੈਕਟਰਸ ਜਿਹੜੇ ਸਿਵਲ ਕੰਟਰੈਕਟਰਸ ਜਿਹੜੇ ਗਵਰਨਮੈਂਟ ਕੰਟਰੈਕਟਰਸ ਹੈ ਉਹ ਵੱਖਰੇ ਰੋ ਰਹੇ ਆ, ਤੇ ਪ੍ਰੋਪਰਟੀਜ਼ ਦੇਖੋ, ਪ੍ਰੋਪਰਟੀਜ਼ ਦਾ ਰਜਿਸਟਰੀਆਂ ਨਹੀਂ ਹੋ ਰਹੀਆਂ, ਜੇ ਹੋ ਰਹੀਆਂ ਹੋ ਵੀ ਰਹੀਆਂ ਪੈਸੇ ਦੇ ਕੇ ਉਹ ਵੀ ਹੋ ਰਹੀਆਂ। ਮਤਲਬ ਅਗਰ ਅਸੀਂ ਇਹ ਤੁਹਾਡੇ ਹੈਲਥ ਵਾਲਾ ਪੋਰਸ਼ਨ ਛੱਡ ਦਈਏ, ਅਗਰ ਇਨ ਜਨਰਲ ਅਸੀਂ ਗੱਲ ਕਰੀਏ ਤੇ ਪਿਛਲੀ ਸਰਕਾਰ ਤੇ ਹੁਣ ਦੀ ਸਰਕਾਰ ਦੇ ਵਿੱਚ ਉਸ ਤਰੀਕੇ ਨਾਲ ਤਾਂ ਕੋਈ ਡਿਫਰੈਂਸ ਨਜ਼ਰ ਨਹੀਂ ਆ ਰਿਹਾ। ਰਾਦਰ ਪੋਜੀਸ਼ਨ ਰੇਤੇ ਦੀ ਤੇ ਬਜਰੀ ਦੀ ਪਹਿਲੇ ਨਾਲੋਂ ਉਲਟਾ ਖਰਾਬ ਹੋਈ ਹੈ। ਸਾਰੇ ਕ੍ਰਸ਼ਰ ਬੰਦ ਹੈ, ਸਾਰੀ ਲੇਬਰ ਫ੍ਰੀ ਹੈ, ਸਾਰਾ ਕੁਝ ਮਜ਼ਦੂਰ ਸਭ ਫ੍ਰੀ। ਇਹਦੇ ਵਿੱਚ ਗਵਰਨਮੈਂਟ ਬਹੁਤ ਕੰਮ ਕਰ ਰਹੀ ਆ। ਮੈਂ ਤੁਹਾਨੂੰ ਇਹ ਜ਼ਰੂਰ ਦੱਸ ਦੇਣਾ ਚਾਹੁੰਦਾ, ਇਹਦੇ ਥੋੜ੍ਹੀ ਜਿਹੀ ਕੋਰਟ ਦੀ ਵੀ ਇਨਵੋਲਵਮੈਂਟ ਆਈ ਆ, ਇਹਦੇ ਕਰਕੇ ਪ੍ਰੋਬਲਮ ਆ ਗਈ ਆ, ਬਟ ਗਵਰਨਮੈਂਟ ਇਜ਼ ਵਰਕਿੰਗ। ਔਰ ਥੋੜ੍ਹੇ ਦਿਨਾਂ 'ਚ ਤੁਸੀਂ ਦੇਖੋਗੇ ਮਾਈਨਿੰਗ ਪਾਲਿਸੀ ਆ ਰਹੀ ਆ ਔਰ ਉਸ ਮਾਈਨਿੰਗ ਪਾਲਿਸੀ ਦੇ ਉੱਪਰ ਇਹ ਬਿਲਕੁਲ ਰੇਟਸ ਜਿਹੜੇ ਨੇ ਇਹ ਕੰਟਰੋਲ ਹੋ ਜਾਣਗੇ। ਸਿਰਫ ਪਾਲਿਸੀ ਤੁਹਾਡੀ ਆਈ ਉਹ ਸਰਕਾਰ ਨੇ ਸਟੇ ਹੋ ਗਈ ਨਹੀਂ, ਉਹਦੇ ਉਸ ਤਦੇ ਮੈਂ ਕਹਿੰਦਾ ਵੀ ਕੋਰਟ ਦਾ ਇੰਟਰਫੇਰੈਂਸ ਆ ਗਈ, ਇਸ ਕਰਕੇ ਸਾਰੀ ਪ੍ਰੋਬਲਮਸ ਆ ਰਹੀ ਹੈ। ਪਰ ਗਵਰਨਮੈਂਟ ਇਜ਼ ਵਰਕਿੰਗ ਔਨ ਦੇਟ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਪਾਲਿਸੀ ਸਾਹਮਣੇ ਆਊਗੀ ਜਿਹਦੇ ਨਾਲ ਜਿੰਨੀ ਰੇਤ ਬਜਰੀ ਦੇ ਰੇਟਸ ਨੇ ਬਿਲਕੁਲ ਕੰਟਰੋਲ ਕੀਤੇ ਜਾਣਗੇ। ਦੂਸਰੀ ਗੱਲ ਤੁਸੀਂ ਮੈਨੂੰ ਕਹੀ ਆ ਕਿ ਪ੍ਰਾਪਰਟੀਆਂ ਦੇ ਵਿੱਚ ਮੁੱਲ ਨਹੀਂ ਰਿਹਾ। ਦੇਖੋ ਇੱਕ ਗੱਲ ਨੂੰ ਸਮਝੋ, ਪਿਛਲੀ ਗਵਰਨਮੈਂਟ ਵੇਲੇ ਜਿੰਨੀਆਂ ਪਾਲਿਸੀਜ਼ ਆਈਆਂ, ਜਿੰਨੀਆਂ ਕਾਲੋਨੀਜ਼ ਡਿਵੈਲਪ ਹੋਈਆਂ ਨੇ ਉਹ ਮੋਸਟਲੀ ਅਨਆਥੋਰਾਈਜ਼ ਸੀਗੀਆਂ। ਉਸ ਵਕਤ ਪੋਲੀਟੀਕਲ ਇੰਟਰਫੇਰੈਂਸ ਇੰਨੀ ਸੀਗੀ ਵੀ ਜਿਹੜਾ ਲੋਕਾਂ ਨੇ ਟੈਕਸ ਦੇਣਾ ਸੀਗਾ ਉਹ ਟੈਕਸ ਦੇਣ ਦੀ ਬਜਾਏ ਪੋਲੀਟੀਕਲ ਬੰਦਿਆਂ ਨਾਲ ਉਹ ਪ੍ਰੋਫਿਟ ਸ਼ੇਅਰ ਕਰਦੇ ਰਹੇ ਨੇ। ਹੁਣ ਮਿਸਟਰ ਅਮਨ ਅਰੋੜਾ ਅਰਬਨ ਹਾਊਸਿੰਗ ਮਿਨਿਸਟਰ ਨੇ, ਹੀ ਇਜ਼ ਵਰਕਿੰਗ ਔਨ ਦੈਟ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਅੰਮ੍ਰਿਤਸਰ ਆਉਣਾ, ਉਹਦੇ ਵਿੱਚ ਉਹਨਾਂ ਨੇ ਸਾਰੇ ਪ੍ਰਾਪਰਟੀ ਡੀਲਰਸ ਨੂੰ ਜਿਹੜੇ ਮਾਝਾ ਜ਼ੋਨ ਦੇ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਵਿਚਾਰ ਕਰਕੇ ਔਰ ਉਹਦੀ ਵੀ ਇੱਕ ਕੰਪਰੀਹੈਂਸਿਵ ਪਾਲਿਸੀ ਆ ਰਹੀ ਆ ਜਿਹਦੇ ਵਿੱਚ ਇਹ ਜਿਹੜੀਆਂ ਅਨਆਥੋਰਾਈਜ਼ਡ ਕਾਲੋਨੀਜ਼ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਊਗਾ, ਨੰਬਰ 1। ਨੰਬਰ 2, ਜਿਹੜੀਆਂ ਰਜਿਸਟਰੀਆਂ ਬੰਦ ਨੇ ਉਹਦੀ NOCs ਕੁਝ ਸ਼ੁਰੂ ਕਰ ਦਿੱਤੀਆਂ ਨੇ, ਕੁਝ ਉਹਦੇ ਪੈਰਾਮੀਟਰਸ ਹੈਗੇ ਨੇ ਜਿਹਦੇ ਮੁਤਾਬਕ ਇੱਥੇ ਅਨਧਿਕਾਰਿਤ ਕਾਲੋਨੀਆਂ ਨੇ ਉਹਨਾਂ ਦੇ ਵਿੱਚ ਮੁਸ਼ਕਲ NOC ਦੀ ਆ ਰਹੀ ਹੈ, ਬਾਕੀ ਉਹਨਾਂ ਨੇ ਚਾਲੂ ਕਰਤੀਆਂ ਨੇ। ਸਵਾਲ ਇਹ ਹੈ ਜੀ, ਇਹ ਸਾਰੀਆਂ ਮੈਸ ਤੇ ਕ੍ਰੀਏਟ ਕੀਤੀ ਸੀ ਪਿਛਲੀ ਗਵਰਨਮੈਂਟ ਦੀ, ਹਜੇ ਮਹੀਨੇ ਕਿੰਨੇ ਹੋਏ ਨੇ? 6 ਹੋਏ ਨੇ। ਸੋ ਵੀ ਆਲ ਆਰ ਵਰਕਿੰਗ ਔਨ ਦੈਟ। ਆਉਣ ਵਾਲੇ ਸਮੇਂ ਦੇ ਵਿੱਚ ਆਹ ਜਿਹੜੇ 2 ਮਸਲੇ ਨੇ ਤੁਹਾਡੇ, ਇੱਕ ਮਾਈਨਿੰਗ ਵਾਲਾ ਔਰ ਦੂਸਰਾ ਕਾਲੋਨਾਈਜ਼ ਦਾ, ਇਹ ਬਿਲਕੁਲ ਵਧੀਆ ਤਰੀਕੇ ਨਾਲ ਹੱਲ ਹੋਣਗੇ ਔਰ ਪੀਪਲ ਫਰੈਂਡਲੀ ਜਿਹੜੀ ਪਾਲਿਸੀ ਆ ਉਹ ਆਊਗੀ ਜਿਹਦੇ ਨਾਲ ਲੋਕ ਖੁੱਲ੍ਹ ਕੇ ਰੀਅਲ ਸਟੇਟ ਦਾ ਕੰਮ ਕਰ ਸਕਣਗੇ ਔਰ ਉਹਦੇ 'ਚ ਨੈਚੁਰਲੀ ਰੈਵਨਿਊ ਵੀ ਜਨਰੇਟ ਹੋਏਗਾ। ਜਿਹੜਾ ਰੈਵਨਿਊ ਅੱਗੇ ਪੋਲੀਟੀਕਲ ਬੰਦਿਆਂ ਦੀ ਜੇਬਾਂ 'ਚ ਜਾਂਦਾ ਸੀਗਾ ਉਹ ਹੁਣ ਰੈਵਨਿਊ ਸਰਕਾਰ ਦੇ ਕੋਲ ਆਊਗਾ, ਲੋਕਾਂ ਦੇ ਡਿਵੈਲਪਮੈਂਟ ਉੱਤੇ ਖਰਚਿਆ ਜਾਊਗਾ। ਸਰ ਮੈਂ ਇੱਕ ਕੁਐਸਚਨ ਹੋਰ ਤੁਹਾਨੂੰ ਪੁੱਛਣਾ ਚਾਹੁੰਦਾ, ਹਾਲਾਂਕਿ ਉਹ ਤੁਹਾਡੇ ਡਿਪਾਰਟਮੈਂਟ ਨਾਲ ਰਿਲੇਟਡ ਤਾਂ ਨਹੀਂ ਹੈ, ਬਟ ਜਿਸ ਤਰ੍ਹਾਂ ਤੁਸੀਂ ਮਾਈਨਿੰਗ ਦੀ ਗੱਲ ਕੀਤੀ ਜਾਂ ਇਹਨਾਂ ਦਾ ਵੀ ਜਵਾਬ ਦਿੱਤਾ ਹੋ ਸੀ, ਇੱਕ ਹਰ ਸ਼ਹਿਰ ਦੇ ਵਿੱਚ ਤੁਸੀਂ ਦੇਖੋ ਬਾਰਿਸ਼ਾਂ ਦੇ ਵਿੱਚ ਇੱਕ ਵਾਟਰ ਲੌਗਿੰਗ ਹੁੰਦੀ ਹੈ। ਮੈਂ ਅਗਰ ਪਠਾਨਕੋਟ ਦੀ ਗੱਲ ਕਰਾਂ, ਮੈਂ ਬਾਕੀ ਸ਼ਹਿਰਾਂ ਦੀ ਗੱਲ ਨਾ ਕਰਕੇ ਪਠਾਨਕੋਟ ਦੀ ਅਗਰ ਗੱਲ ਕਰਾਂ, ਪਠਾਨਕੋਟ 'ਚ ਵਾਟਰ ਲੌਗਿੰਗ ਦਾ ਇੱਕ ਬਹੁਤ ਵੱਡਾ ਕਾਰਨ ਹੈ ਜਿਹੜੀਆਂ ਕੂਲਾਂ ਸੀ ਉਹਨਾਂ ਨੂੰ ਲੋਕਾਂ ਨੇ ਛੱਤ ਲਿਆ।
ਜਿੰਨੇ ਕੂਲਾਂ ਨਾਲੇ ਸਭ ਛੱਤ 'ਤੇ ਗਏ। ਹੁਣ ਜਿਸ ਤਰ੍ਹਾਂ ਭਗਵੰਤ ਮਾਨ ਜੀ ਕਹਿ ਰਿਹਾ ਕਿ ਇਸ ਸਰਕਾਰ ਦੀ ਜਿਹੜੀ ਜ਼ਮੀਨ ਆ ਉਹ ਖਾਲੀ ਕਰਾਉਣੀ ਹੈ। ਅਗਰ ਉਹ ਕੂਲਾਂ ਖਾਲੀ ਹੋ ਜਾਣ, ਸਭ ਤੋਂ ਵੱਡਾ ਫਾਇਦਾ ਇਹ ਹੋਏਗਾ ਕਿ ਸਾਡੇ ਪਠਾਨਕੋਟ ਦੀ ਗੱਲ ਕਰੀਏ ਤੇ ਪਠਾਨਕੋਟ ਕੀ ਬਾਕੀ ਸ਼ਹਿਰਾਂ 'ਚ ਵੀ ਹੋਏਗਾ। ਪਠਾਨਕੋਟ ਦੀ ਗੱਲ ਕਰੀਏ ਤੇ ਵਾਟਰ ਲੌਗਿੰਗ ਜਿਹੜੀ ਬਰਸਾਤਾਂ ਦੇ ਵਿੱਚ ਸ਼ਹਿਰ ਦੇ ਵਿੱਚ ਪਾਣੀ ਖੜਾ ਹੋ ਜਾਂਦਾ ਉਹ ਕਦੀ ਨਹੀਂ ਖੜਾ ਹੋਏਗਾ। ਤੇ ਅਦਰਵਾਈਜ਼ ਸਰਕਾਰ ਅਗਰ ਕਹਿੰਦੀ ਹੈ ਨਹੀਂ ਅਸੀਂ ਨਹੀਂ ਕਰਾਉਣੀਆਂ ਤੇ ਸਰਕਾਰ ਉਹਦੇ ਪੈਸੇ ਹੀ ਇਕੱਠੇ ਕਰ ਲੇ ਤੇ ਮੇਰੇ ਖਿਆਲ ਪਠਾਨਕੋਟ 'ਚੋਂ ਵੀ 100-200 ਕਰੋੜ ਰੁਪਇਆ ਇਕੱਠਾ ਹੋ ਸਕਦਾ ਹੈ। ਪਰ ਉਹੀ 100-200 ਕਰੋੜ ਰੁਪਇਆ ਉਹਦੇ 'ਤੇ ਲਗਾ ਦੇ ਆਪਣਾ ਸੀਵਰੇਜ ਤੇ ਜਿਹੜੀ ਵਾਟਰ ਲੌਗਿੰਗ ਹੁੰਦੀ ਆ ਉਹ ਹੋਏ ਨਾ। ਕੁਝ ਇਸ ਤਰ੍ਹਾਂ ਦਾ ਕੋਈ ਪਲਾਨ ਨਹੀਂ ਬਣ ਸਕਦਾ ਜੀ? ਇਹ ਤਾਂ ਦੇਖੋ ਲੋਕਲ ਬਾਡੀਜ਼ ਇਸ ਪਾਸੇ ਉਤਰ ਰਹੇ ਨੇ ਔਰ ਉਹਨਾਂ ਦਾ ਕੋਸ਼ਿਸ਼ ਇਹ ਹੈ ਵੀ ਹਰ ਸ਼ਹਿਰ ਦਾ ਇੱਕ ਆਪਣਾ ਪਲਾਨ ਬਣਾ ਕੇ, ਮਾਸਟਰ ਪਲਾਨ ਬਣਾ ਕੇ ਉਹਨੂੰ ਡਿਵੈਲਪ ਕੀਤਾ ਜਾਵੇ। ਇਹ ਕਹਿੰਦਾ ਮਤਲਬ ਕਿ ਤੁਸੀਂ ਇਹ ਸਲਾਹ ਅੱਗੇ ਦੇ ਸਕਦੇ ਹੋ? ਬਿਲਕੁਲ ਇਹ ਜਿਹੜੀ ਤੁਹਾਡਾ ਸੁਜੈਸ਼ਨ ਆ ਬੜਾ ਵਧੀਆ ਹੈ, ਕਿਉਂਕਿ ਫੋਰ ਐਗਜ਼ਾਮਪਲ ਨੈਚੁਰਲ ਫਲੋ ਜਿਹੜਾ ਸੀਗਾ ਪਠਾਨਕੋਟ ਦੇ ਵਿੱਚ ਤੁਸੀਂ ਜ਼ਿਕਰ ਕੀਤਾ, ਭਾਵੇਂ ਉਹ ਛੋਟੇ ਡਰੇਨਸ ਸੀਗੀਆਂ, ਕੂਲ ਸੀਗੀਆਂ, ਉਹ ਨਾਲੀਆਂ ਸੀ, ਉਹ ਬੇਸਿਕਲੀ ਬੰਦ ਹੋਈਆਂ ਨੇ। ਕੁਝ ਲੋਕਾਂ ਨੇ ਵੀ ਇਨਕਰੋਚਮੈਂਟਸ ਕੀਤੀਆਂ ਨੇ, ਕੀਤੀ ਆ। ਸੋ ਮੈਂ ਵੀ ਇਹ ਸਮਝੂੰਗਾ ਵੀ ਸਰਕਾਰ ਨੂੰ ਚਾਹੀਦਾ ਕਿ ਉਹ ਇਨਕਰੋਚਮੈਂਟ ਜਿੱਥੇ ਆਪਾਂ ਪੰਚਾਇਤੀ ਲੈਂਡ ਦੀ ਕਰ ਰਹੇ ਆ, ਹੋਰ ਕਰ ਰਹੇ ਆ, ਉਹ ਇਨਕਰੋਚਮੈਂਟਾਂ ਦੂਰ ਕਰਕੇ ਜਿਹੜਾ ਉਹਨਾਂ ਦਾ ਅਸਤਿਤਵ ਆ ਡਰੇਨੇਜ ਦਾ ਉਹਨੂੰ ਬਹਾਲ ਕੀਤਾ ਜਾਵੇ। ਹਾਂਜੀ, ਜੇ ਇਨ ਕੇਸ ਉਹ ਇਨਕਰੋਚਮੈਂਟਸ ਦੂਰ ਕਰਨ ਦੇ ਵਿੱਚ ਕੋਈ ਮੁਸ਼ਕਿਲ ਆਉਂਦੀ ਆ, ਵਾਵੇਲਾ ਖੜਾ ਹੁੰਦਾ, ਤੇ ਫਿਰ ਕੋਈ ਐਸਾ ਸਿਸਟਮ ਜ਼ਰੂਰ ਡਿਵੈਲਪ ਕੀਤਾ ਜਾਵੇ ਜਿਹਦੇ ਨਾਲ ਵਾਟਰ ਚੈਨਲਸ ਵਗੈਰਾ ਐਸੇ ਤਿਆਰ ਕਰਕੇ ਅੰਡਰਗਰਾਊਂਡ ਕਰਕੇ ਪਾਣੀ ਦਾ ਨਿਕਾਸ ਹੋਵੇ। ਬਿਕੋਜ਼ ਬੇਸਿਕਲੀ ਸ਼ਹਿਰਾਂ ਦੀ ਪ੍ਰੋਬਲਮ ਹੀ ਇਹ ਆ, ਜਰਾ ਜੀ ਬਾਰਿਸ਼ ਹੋ ਜਾਂਦੀ ਆ, ਮੇਰੇ ਗੁਰਦਾਸਪੁਰ ਚਲੇ ਜਾਓ, ਉੱਥੇ ਵੀ ਇਹੀ ਮਸਲਾ। ਕਾਰਨ ਕੀ ਹੈ ਵੀ ਜਿੱਥੇ ਨਾਲੀਆਂ ਸੀਗੀਆਂ ਉਹ ਲੋਕੀ ਬਰਦਾਸ਼ਤ ਨਹੀਂ ਕਰਦੇ, ਤੇ ਜਿਹੜਾ ਸਾਡਾ ਅੰਡਰਗਰਾਊਂਡ ਵਾਟਰ ਚੈਨਲ ਆ ਉਹ ਅਜੇ ਇੰਨਾ ਡਿਵੈਲਪ ਹੋਇਆ ਨਹੀਂ। ਸੋ ਇਹਦੇ ਉੱਪਰ ਕੰਮ ਕਰਨ ਦੀ ਲੋੜ ਆ। ਇਟਸ ਅ ਗੁੱਡ ਸੁਜੈਸ਼ਨ। ਮੈਂ ਲੋਕਲ ਬਾਡੀਜ਼ ਮਿਨਿਸਟਰ ਡਾਕਟਰ ਨਿੱਜਰ ਜੀ ਨਾਲ ਗੱਲ ਕਰਕੇ ਤੁਹਾਡਾ ਸੁਝਾਅ ਜਿਹੜਾ ਜ਼ਰੂਰ ਉਹਨਾਂ ਤੱਕ ਪਹੁੰਚਾਊਂਗਾ। ਇਹ ਸੀ ਸਾਡੇ ਨਾਲ ਰਮਨ ਬਹਿਲ ਜੀ, ਜੋ ਕਿ ਸਾਡੇ ਗੁਰਦਾਸਪੁਰ ਤੋਂ ਪੰਜਾਬ ਹੈਲਥ ਕਾਰਪੋਰੇਸ਼ਨ ਸਿਸਟਮਸ ਦੇ ਪੰਜਾਬ ਦੇ ਚੇਅਰਮੈਨ ਹੈ। ਅੱਜ ਸਾਡੇ ਸਟੂਡੀਓ 'ਚ ਆਏ। ਮੈਂ ਰਮਨ ਜੀ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਨਾ। ਤੁਸੀਂ ਸਾਡੇ ਇੱਥੇ ਆ ਕੇ ਸਾਨੂੰ ਮਾਣ ਬਖਸ਼ਿਆ ਤੇ ਲੋਕਾਂ ਨੂੰ ਜਿਹੜੇ ਲੋਕਾਂ ਦੇ ਸਵਾਲ ਸੀ ਉਹਨਾਂ ਦਾ ਤੁਸੀਂ ਬੜੇ ਅੱਛੀ ਤਰੀਕੇ ਨਾਲ ਜਵਾਬ ਦਿੱਤਾ। ਥੈਂਕ ਯੂ ਵੈਰੀ ਮਚ ਜੀ, ਤੁਹਾਡਾ ਧੰਨਵਾਦ। ਐਂਡ ਆਈ ਵਿਸ਼ ਦਿਸ ਚੈਨਲ ਵੈਰੀ ਵੈਲ। ਖੂਬ ਇਹ ਚੈਨਲ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਾਏ ਔਰ ਲੋਕਾਂ ਦੀ ਮੁਸ਼ਕਿਲਾਂ ਬਹੁਤ ਬਖੂਬੀ ਦੇ ਨਾਲ ਤੁਸੀਂ ਅੱਗੇ ਕਰ ਸਕੋ, ਔਰ ਤਾਂ ਕਿ ਇਹ ਤੁਹਾਡਾ ਚੈਨਲ ਸਰਕਾਰ ਦੇ ਉੱਪਰ ਵੀ ਪ੍ਰੈਸ਼ਰ ਬਣਾ ਕੇ ਰੱਖੇ ਔਰ ਉਹਦਾ ਫਾਇਦਾ ਜਿਹੜਾ ਉਹ ਲੋਕਾਂ ਨੂੰ ਹੋਵੇ। ਥੈਂਕ ਯੂ ਵੈਰੀ ਮਚ ਸਰ, ਥੈਂਕਸ ਅ ਲੋਟ।